सकत कर सिफत तुम्हारी। आप लेहो तुम कथा सुधारी। सो कहो टल गुर सेवियै अहनिस सहज सुभाए। दर्शन परसै गुरु कै जन्म मरण दुख जाए। सतनाम श्री वाहिगुरु साहिब जी। शब्दी शब्द में पद करे सपद विंस का जाप। अठावन सतह दूर को हुए बजर सम पाप। तोरा शब्दी शब्द में पद करे सपद विंस का जाप। वाहिगुरु जी का खालसा वाहिगुरु जी की फतेह। परम सत्कारयोग सतगुरां दी साजी नवाजी गुरु प्यारी गुरु सवारी साध संगत जीओ। सतगुरु जुगो जुग अटल गुरता गद्दी ते शोभाएमान। दसां पातशाहियां दी आत्मक जोत बाणी गुरु शब्द गुरु। धन धन साहिब श्री गुरु ग्रंथ साहिब महाराज सच्चे पातशाह जी दी पवित्र हजूरी अंदर जुड़ बैठ के संध्या दे समय हाਜ਼ਰੀਆਂ भरन ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਗੁਰੂ ਕੀ ਬਾਣੀ ਦਾ ਕੀਰਤਨ ਰਹਿਰਾਸ ਸਾਹਿਬ ਦਾ ਪਾਠ ਉਪਰੰਤ ਸਤਿਗੁਰਾਂ ਦੇ ਦਰ 'ਤੇ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦੇ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਜਿਸ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਸਤਿਗੁਰਾਂ ਦਾ ਸੁੰਦਰ ਇਤਿਹਾਸ ਬਾਕੀ ਪੋਥੀਆਂ ਦੇ ਵਾਂਗ ਹੀ ਬੜੀ ਲਗਨ ਦੇ ਨਾਲ ਮਿਹਨਤ ਦੇ ਨਾਲ ਸੁੰਦਰ ਛੰਦਾਬੰਦੀ ਦੇ ਵਿੱਚ ਕਥਨ ਕੀਤਾ ਹੈ। ਆਪਾਂ ਸਰਵਣ ਕਰ ਰਹੇ ਸੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵਿਦਵਾਨ ਕਵੀ ਜਨ ਬੈਠੇ ਹਨ। ਬ੍ਰਿਜ ਲਾਲ ਵਿਦਵਾਨ ਨੇ ਆ ਕੇ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਸੁਪਨੇ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤਥਾ ਪੰਚਮ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਏ, ਜਿਨ੍ਹਾਂ ਨੇ ਮੈਨੂੰ ਜਪਜੀ ਸਾਹਿਬ ਦੀ ਸਾਰੀ ਮਹਿਮਾ, ਜਪਜੀ ਸਾਹਿਬ ਦੀ ਇਕੱਲੀ ਇਕੱਲੀ ਪੌੜੀ ਦੀ ਵਿਆਖਿਆ, ਜਪਜੀ ਸਾਹਿਬ ਦੇ ਇਕੱਲੀ ਇਕੱਲੀ ਪੌੜੀ ਦਾ ਮਹਾਤਮ ਕੀ ਹੈ, ਇਸ ਨੂੰ ਪੜ੍ਹਨ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ, ਕਿਵੇਂ ਪੜ੍ਹਨਾ ਹੈ, ਉਹ ਸਾਰੀ ਵਿਧੀ ਸਾਰੇ ਸਾਧਨ ਚੰਗੀ ਤਰ੍ਹਾਂ ਸਮਝਾਏ ਹਨ। ਸੋ ਆਪਾਂ ਕੱਲ੍ਹ ਸਰਵਣ ਕੀਤਾ ਜਪਜੀ ਸਾਹਿਬ ਦਾ ਪਾਠ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ 38 ਪੌੜੀਆਂ ਸ਼ੁਰੂਆਤ ਦੇ ਵਿੱਚ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਅਤੇ ਭੋਗ ਦੇ ਉੱਤੇ ਜਪਜੀ ਸਾਹਿਬ ਦੇ ਅੰਤ ਦੇ ਉੱਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਜੋ ਉਚਾਰਨ ਕੀਤਾ ਹੈ, ਸੋ ਆਪਾਂ ਆਮ ਗਿਣਤੀ ਵਿੱਚ ਕਹਿੰਦੇ ਹਾਂ ਕਿ 38 ਪੌੜੀਆਂ ਹਨ, ਪਰ ਕਵੀ ਜੀ ਨੇ ਪਹਿਲਾ ਜੋ ਮੂਲ ਮੰਤਰ ਆਉਂਦਾ ਹੈ ਉਸ ਨੂੰ ਇੱਕ ਪੌੜੀ 1 ਨੰਬਰ ਦੇ ਉੱਤੇ ਰੱਖਿਆ ਹੈ ਅਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਸੋਚੈ ਸੋਚ ਨਾ ਹੋਵਈ ਤੋਂ 2 ਨੰਬਰ ਤਰਤੀਬ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ 38ਵੀਂ ਪੌੜੀ ਨੂੰ 39 ਨੰਬਰ ਅਤੇ ਸ਼ਲੋਕ ਨੂੰ 40 ਨੰਬਰ ਪੌੜੀ ਗਿਣਦੇ ਹਨ। ਸੋ ਉਸ ਦੇ ਤਹਿਤ ਆਪਾਂ ਸਰਵਣ ਕੀਤਾ ਕਿ ਜਪਜੀ ਸਾਹਿਬ ਦੀ ਜੋ ਪਹਿਲੀ ਪੌੜੀ ਹੈ ਭਾਵ ਮੂਲ ਮੰਤਰ ਹੈ, ਇਸ ਨੂੰ ਜਪਣ ਦੇ ਨਾਲ ਸਾਰੀਆਂ ਕਾਮਨਾਵਾਂ ਸੰਪੂਰਨ ਹੁੰਦੀਆਂ ਹਨ। ਪਾਠ ਕਰਨ ਵਾਲੇ ਦੇ ਹਰ ਪ੍ਰਕਾਰ ਦੇ ਵਿਘਨ, ਵੱਡੇ ਤੋਂ ਵੱਡੇ ਵਿਘਨ ਜਿਹੜੇ ਹਨ ਉਹ ਨਾਸ਼ ਹੋ ਜਾਂਦੇ ਹਨ। ਇਸੇ ਤਰ੍ਹਾਂ ਜੇ ਮਨ ਦੇ ਵਿੱਚ ਕੋਈ ਆਸ਼ਾ ਹੈ, ਕੋਈ ਭਾਵਨਾ ਹੈ, ਕੋਈ ਉਮੰਗ ਹੈ, ਚਾਹਤ ਹੈ, ਤਮੰਨਾ ਹੈ, ਉਹਨੂੰ ਪੂਰਨ ਕਰਨ ਦੇ ਲਈ ਦੂਜੀ ਪੌੜੀ
ਜੋ ਕਵੀ ਜੀ ਨੇ ਪਹਿਲਾਂ ਦੂਜੀ ਪੌੜੀ ਆਦ ਸੱਚ ਜੁਗਾਦ ਸੱਚ ਨੂੰ ਆਖਿਆ ਹੈ, ਸੋ ਇਸ ਨੂੰ ਪੜ੍ਹਨਾ ਕਰੇ। ਉਸ ਤੋਂ ਬਾਅਦ ਫਿਰ ਦੂਜੀ ਪੌੜੀ ਹੀ ਉਹਨਾਂ ਨੇ ਸੋਚੈ ਸੋਚ ਵਾਲੀ ਪੌੜੀ ਨੂੰ ਕਹਿ ਦਿੱਤਾ। ਔਰ ਦੇਵ ਮੰਤਰ ਅਰ ਚਲਨ ਮੈਂ ਔਸ਼ਧ ਰਸਾਇਣ ਸ਼ਾਮ, ਕਹਿੰਦੇ ਕਿ ਆਪਣੇ ਇਸ਼ਟ ਦੇ ਆਵਾਹਨ ਦੇ ਲਈ, ਦਰਸ਼ਨ ਕਰਨ ਦੇ ਲਈ, ਔਰ ਜਦੋਂ ਕਿਸੇ ਪਾਸੇ ਯਾਤਰਾ ਕਰਨੀ ਹੈ, ਚੱਲਣਾ ਹੈ, ਉਦੋਂ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਵਾਲੀ ਪੌੜੀ ਪੜ੍ਹੇ। ਤੇ ਗੁਰੂ ਪਾਤਸ਼ਾਹ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਆ। ਇਸੇ ਤਰ੍ਹਾਂ ਕੋਈ ਦਵਾਈ ਸ਼ੁਰੂ ਕਰਨੀ ਹੈ, ਕੋਈ ਰਸਾਇਣ ਬਣਾਉਣੀ ਹੈ, ਰਸਾਇਣ ਦਾ ਸੇਵਨ ਕਰਨਾ ਹੈ, ਗੁਰੂ ਦੀ ਸ਼ਰਨ ਜਾਣਾ ਹੈ, ਤਾਂ ਉਸ ਤੋਂ ਅਗਲੀ ਜਿਹੜੀ ਕਵੀ ਜੀ ਦੀ ਤਰਤੀਬ ਅਨੁਸਾਰ ਤੀਜੀ ਪੌੜੀ ਬਣਦੀ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਇਸ ਪੌੜੀ ਦਾ ਜਾਪ ਕਰੇ। ਜਦੋਂ ਕੋਈ ਵਿਪਤਾ ਪੈ ਜਾਏ, ਕੋਈ ਕਾਰਜ ਅਟਕ ਜਾਵੇ, ਹਾਨੀ ਹੀ ਹਾਨੀ ਹੋਵੇ, ਘਾਟਾ ਹੀ ਘਾਟਾ ਪੈਂਦਾ ਹੋਵੇ, ਤਾਂ ਫਿਰ ਕਹਿੰਦੇ ਉਸ ਤੋਂ ਅਗਲੀ ਪੌੜੀ ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਗਾਵੈ ਕੋ ਦਾਤ, ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਇਸ ਪੌੜੀ ਦਾ ਜਾਪ ਕਰੇ। ਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋ ਦਸਵੰਧ ਭੇਟਾ ਹੈ ਉਹ ਅਰਪਣ ਕਰੇ, ਤੇ ਹਰ ਪ੍ਰਕਾਰ ਦੇ ਕਾਰਜ ਰਾਸ ਹੋਣਗੇ। ਨਵਾਂ ਘਰ ਬਣਾਇਆ, ਨਵੇਂ ਘਰ ਵਿੱਚ ਪ੍ਰਵੇਸ਼ ਕਰਨਾ, ਜਾਂ ਨਵਾਂ ਗੁਣ ਕੋਈ ਸਿੱਖਣਾ ਚਾਹੁੰਦਾ ਹੈ, ਤਾਂ ਇਸ ਤੋਂ ਅਗਲੀ ਜਿਹੜੀ ਚੌਥੀ ਪੌੜੀ ਹੈ, ਸੋ ਉਸ ਦਾ ਜਾਪ, ਚੌਥੀ ਪੌੜੀ ਦਾ ਜਾਪ ਜਿਹੜੀ ਹੈ ਗਾਵੈ ਕੋ ਤਾਣ ਵਾਲੀ ਪੌੜੀ ਹੈ, ਇਸ ਦਾ ਜਾਪ ਕਰ। ਗਾਵੈ ਕੋ ਤੋਂ ਅਗਲੀ ਜਿਹੜੀ ਸਾਚਾ ਸਾਹਿਬ ਸਾਚ ਨਾਏ, ਇਸ ਪੌੜੀ ਦਾ ਜਾਪ ਕਰ। ਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਉਦਮ ਵਾਸਤੇ ਪੰਜਵੀਂ ਪੌੜੀ ਦੱਸਦੇ ਹਨ। ਜਿਹੜੀ ਪੰਜਵੀਂ ਪੌੜੀ ਹੈ ਉਸ ਦਾ ਜਾਪ ਕਰੋ। ਤੇ ਇਸੇ ਪ੍ਰਕਾਰ ਕਹਿੰਦੇ ਜੋ ਛੇਵੀਂ ਪੌੜੀ, ਜਦੋਂ ਕੋਈ ਯੁੱਧ ਦੇ ਵਿੱਚ ਚੜ੍ਹਨਾ ਹੈ ਤਾਂ ਉਸ ਵੇਲੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਇਸ ਪੌੜੀ ਦਾ ਜਾਪ ਕਰੋ। ਤੇ ਸਪਤਮ ਬੰਧ, ਜਦੋਂ ਕੋਈ ਬੰਧਨ ਪੈ ਜਾਵੇ, ਤੈਨੂੰ ਆਪ ਨੂੰ ਗੁਰੂ ਕੇ ਸਿੱਖਾ ਕੋਈ ਬੰਧਨ ਪਵੇ, ਜਾਂ ਤੇਰਾ ਕੋਈ ਸਕਾ ਸੰਬੰਧੀ ਉਹ ਕਿਸੇ ਬੰਧਨ ਵਿੱਚ ਪੈ ਗਿਆ, ਕਿਸੇ ਜੇਲ੍ਹ ਵਿੱਚ ਚਲਿਆ ਗਿਆ, ਤੇ ਉਹਦੀ ਮੁਕਤੀ ਲਈ ਬੰਦ ਖਲਾਸੀ ਭਾਣਾ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਣੇ ਵਿੱਚ ਰਹਿੰਦਿਆਂ ਹੋਇਆਂ ਕਹਿੰਦੇ ਸੱਤਵੀਂ ਪੌੜੀ ਦਾ ਜਾਪ ਕਰ। ਜਿਹੜੀ ਕਵੀ ਜੀ ਦੀ ਤਰਤੀਬ ਅਨੁਸਾਰ ਬਣਦੀ ਹੈ ਸੱਤਵੀਂ ਪੌੜੀ, ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਤਾਂ ਇਸੇ ਪ੍ਰਕਾਰ ਕਹਿੰਦੇ ਅਟਕੀ ਨਾਰੀ ਆਠਵੀਂ, ਜਦੋਂ ਕਿਸੇ ਬੀਬੀ ਦੇ ਕੋਈ ਬੱਚੇ ਨੂੰ ਉਹਨੇ ਜਨਮ ਦੇਣਾ ਹੈ ਤੇ ਉਹ ਜਨਮ ਦੇਣ ਦੇ ਵਿੱਚ ਕੋਈ ਰੁਕਾਵਟ ਪੈ ਜਾਵੇ, ਕੋਈ ਸਰੀਰਕ ਤਕਲੀਫ ਹੋ ਜਾਵੇ, ਤਾਂ ਕਹਿੰਦੇ ਉਸ ਵੇਲੇ 8ਵੀਂ ਪੌੜੀ ਦਾ ਜਾਪ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਇਸ ਪੌੜੀ ਦਾ ਜਾਪ ਕਰ। ਇਤਿਹਾਸ ਦੇ ਵਿੱਚ ਵਰਣਨ ਆਉਂਦਾ ਹੈ ਜੋ ਔਰੰਗਜ਼ੇਬ ਬਾਦਸ਼ਾਹ ਸੀ, ਕਹਿੰਦੇ ਉਸ ਦੀ ਬੇਗਮ ਨੂੰ ਵੀ ਇੱਕ ਵਾਰ ਅਟਕ ਪੈ ਗਈ ਸੀ ਜਦੋਂ ਬਹਾਦਰ ਸ਼ਾਹ ਦਾ ਜਨਮ ਹੋਣ ਵਾਲਾ ਸੀ, ਰੁਕਾਵਟ ਪੈ ਗਈ, ਬੱਚੇ ਦਾ ਜਨਮ ਨਾ ਹੋਵੇ। ਤਾਂ ਔਰੰਗਜ਼ੇਬ ਨੇ ਉਸ ਵੇਲੇ ਗੁਰੂ ਕਾ ਸਾਹਿਬਜ਼ਾਦਾ ਜਾਣ ਕੇ ਬਾਬਾ ਰਾਮ ਰਾਏ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਬਾਬਾ ਰਾਮ ਰਾਏ ਜੀ ਤੁਸੀਂ ਗੁਰੂ ਕੇ ਸੁਪੁੱਤਰ ਹੋ, ਕੋਈ ਉਪਾਅ ਕਰੋ। ਤਾਂ ਉਸ ਵੇਲੇ ਬਾਬਾ ਰਾਮ ਰਾਏ ਜੀ ਨੇ ਦਇਆ ਕਰਕੇ, ਤਰਸ ਕਰਕੇ ਜਪਜੀ ਸਾਹਿਬ ਦਾ ਪਾਠ ਜਲ ਦੇ ਉੱਤੇ ਪੜ੍ਹ ਕੇ ਤੇ ਇਹ ਆਖਿਆ ਸੀ ਕਿ ਆਪਣੀ ਬੇਗਮ ਨੂੰ ਛਕਾ ਦਿਓ। ਜਦੋਂ ਬੇਗਮ ਨੂੰ ਛਕਾਇਆ ਗਿਆ ਤੇ ਗੁਰਮੁਖ ਪਿਆਰਿਓ ਉਸ ਵੇਲੇ ਫਿਰ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ। ਤੇ ਆਪ ਜੀ ਨੂੰ ਪਤਾ ਹੈ ਔਰੰਗਜ਼ੇਬ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਕੱਟੜ ਦੁਸ਼ਮਣੀ ਰੱਖਦਾ ਰਿਹਾ, ਪਰ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਗੁਰੂ ਘਰ ਪ੍ਰਤੀ ਆਸਥਾ ਸੀ, ਸ਼ਰਧਾ ਸੀ। ਉਹ ਇਸੇ ਕਾਰਨ ਸੀ ਕਿ ਉਹਦੇ ਜਨਮ ਸਮੇਂ ਹੀ ਉਹਨੂੰ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਜੋ ਜਲ ਛਕਾਇਆ ਗਿਆ, ਸੋ ਉਹ ਜਪਜੀ ਸਾਹਿਬ ਦੇ ਪਾਠ ਦਾ ਹੀ ਅਸਰ ਸੀ ਕਿ ਹਮੇਸ਼ਾ ਹੀ ਉਹਦੀ ਗੁਰੂ ਘਰ ਦੇ ਉੱਤੇ ਭਾਵਨਾ ਬਣੀ ਰਹੀ। ਸੋ ਇਸ ਪ੍ਰਕਾਰ ਜੇ ਕੋਈ ਅਟਕ ਆ ਜਾਵੇ
ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ 8ਵੀਂ ਪੌੜੀ ਦਾ ਜਾਪ ਕਰ। ਨਾਮੀ ਮੰਤਰ ਹੈ ਸੰਧ। ਜੇ ਤੇਰੇ ਉੱਤੇ ਕਿਸੇ ਨੇ ਕੋਈ ਮੰਤਰ ਪੜ੍ਹਿਆ ਤੈਨੂੰ ਆਪਣੇ ਵੱਸ ਵਿੱਚ ਕਰਨ ਦੇ ਲਈ, ਤੇਰਾ ਨੁਕਸਾਨ ਕਰਨ ਦੇ ਲਈ, ਉਸ ਮੰਤਰ ਨੂੰ ਸੰਧਣ ਦੇ ਵਾਸਤੇ, ਉਸ ਮੰਤਰ ਦੇ ਅਸਰ ਨੂੰ ਖਤਮ ਕਰਨ ਦੇ ਵਾਸਤੇ ਕਹਿੰਦੇ ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਇਸ ਪੌੜੀ ਦਾ ਜਾਪ ਕਰ। ਮੰਤਰ ਦਾ ਤੇਰੇ ਉੱਤੇ ਅਸਰ ਨਹੀਂ ਹੋਵੇਗਾ। 10ਵੀਂ ਦੱਸਦੇ ਵਣਜ ਜੈ। ਜਦੋਂ ਤੂੰ ਵਣਜ ਵਪਾਰ ਕਰਨਾ, ਕੋਈ ਬਿਜ਼ਨਸ ਕਰਦਾ ਹੈ ਤੇ ਉਹਦੇ ਵਿੱਚ ਵਿਜয়ੀ ਹੋਣਾ ਚਾਹੁੰਦਾ ਹੈ, ਬਿਜ਼ਨਸ ਦੇ ਵਿੱਚ ਸਫਲ ਹੋਣਾ ਚਾਹੁੰਦਾ, ਵਪਾਰ ਦੇ ਵਿੱਚ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸ ਰਹੇ ਹਨ ਕਿ ਉਸ ਵੇਲੇ 10ਵੀਂ ਪੌੜੀ ਦਾ ਭਾਵ ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਇਸ ਪੌੜੀ ਦਾ ਜਾਪ ਕਰ। ਤੇ ਇਸੇ ਪ੍ਰਕਾਰ 11ਵੀਂ ਪੌੜੀ ਦਾ ਜਾਪ ਖਿੱਚ ਕੇ ਉਸ ਵੇਲੇ ਕਰਨਾ, ਦ੍ਰਿੜਤਾ ਦੇ ਸਹਿਤ ਉਸ ਵੇਲੇ ਕਰਨਾ ਹੈ ਜਦੋਂ ਤੂੰ ਸੌਦਾਗਰੀ ਵਾਸਤੇ ਕਿਸੇ ਪਾਸੇ ਚੜ੍ਹੇ, ਕਿਸੇ ਹੋਰ ਦੇਸ਼ ਵਿੱਚ ਜਾਂ ਕਿਸੇ ਦੂਰ ਦਰਾਡੇ ਦੇ ਸ਼ਹਿਰ ਵੱਲ ਜਾਵੇਂ, ਉੱਥੋਂ ਸਸਤੀਆਂ ਵਸਤੂਆਂ ਖਰੀਦ ਕੇ ਲਿਆ ਕੇ ਤੇ ਆਪਣੇ ਇਲਾਕੇ ਵਿੱਚ ਉਹਨਾਂ ਨੂੰ ਮਹਿੰਗੇ ਭਾਅ ਵੇਚਣ ਦਾ ਤੂੰ ਉਦਮ ਕਰੇ। ਉਹ ਕਿਰਿਆ ਵਿਕਿਰਿਆ ਦੇ ਵਿੱਚ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ 11ਵੀਂ ਪੌੜੀ ਦਾ ਜਾਪ ਕਰ, ਜਿਹੜੀ ਕਵੀ ਜੀ ਦੀ ਤਰਤੀਬ ਅਨੁਸਾਰ 11ਵੀਂ ਪੌੜੀ ਬਣਦੀ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਇਹ 11ਵੀਂ ਪੌੜੀ ਜਪਜੀ ਸਾਹਿਬ ਦੀ 10ਵੀਂ ਪੌੜੀ ਹੈ, ਪਰ ਮੂਲ ਮੰਤਰ ਨੂੰ ਵਿੱਚੇ ਗਿਣ ਕੇ ਕਵੀ ਜੀ ਇਹਨੂੰ 11ਵੀਂ ਗਿਣ ਰਹੇ ਆ। ਸੋ ਕਹਿੰਦੇ ਇਸ ਪ੍ਰਕਾਰ ਇਹ 11ਵੀਂ ਪੌੜੀ ਦਾ ਪਾਠ ਕਰ। ਤੇ 12ਵੀਂ ਪੌੜੀ ਦਾ ਪਾਠ ਉਦੋਂ ਕਰ ਜਦੋਂ ਤੈਨੂੰ ਕੋਈ ਆਦਿ ਵਿਆਧੀ ਉਪਾਧੀ ਤਿੰਨਾਂ ਤਰ੍ਹਾਂ ਦੇ ਰੋਗਾਂ ਵਿੱਚੋਂ ਕੋਈ ਚਿੰਬੜ ਜਾਵੇ। ਕੋਈ ਮਾਨਸਿਕ ਰੋਗ ਆਦਿ ਤੇ ਕੋਈ ਸਰੀਰਕ ਰੋਗ ਵਿਆਧੀ, ਤੇ ਇਸੇ ਤਰ੍ਹਾਂ ਕੋਈ ਦੁਸ਼ਮਣ ਆ ਪਵੇ, ਕੋਈ ਆਪਦਾ ਵਿਪਦਾ ਉੱਪਰੋਂ ਆ ਪਵੇ, ਤੇਰੇ ਤੇ ਵਾਰ ਕਰ ਦੇਵੇ ਆ ਕੇ, ਤੇ ਉਹਦੇ ਬਚਾਅ ਦੇ ਵਾਸਤੇ ਕਹਿੰਦੇ ਤੂੰ ਇਸ 12ਵੀਂ ਪੌੜੀ ਦਾ ਜਾਪ ਕਰ, ਜਿਹੜੀ ਬਣਦੀ ਹੈ ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਇਸ ਪੌੜੀ ਦਾ ਜਾਪ ਕਰ। ਇਸੇ ਤਰ੍ਹਾਂ ਕਹਿੰਦੇ 13ਵੀਂ ਪੌੜੀ ਦਾ ਜਾਪ ਜਦੋਂ ਸਿੱਧਨ ਭਜੈ ਕਾਰਜ ਰਾਜ ਸਰਾਸ, ਕੋਈ ਸਿੱਧੀ ਰਿੱਧੀ ਸਿੱਧੀ ਤੂੰ ਪ੍ਰਾਪਤ ਕਰਨੀ ਹੈ, ਉਹਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਬੰਦਗੀ ਕਰਦਿਆਂ ਕਰਦਿਆਂ, ਜਾਂ ਤੇਰਾ ਕੋਈ ਰਾਜਨੀਤਿਕ ਕੰਮ ਅੜਿਆ ਹੋਇਆ, ਤੂੰ ਕਿਸੇ ਰਾਜਨੀਤਿਕ ਨੂੰ ਮਿਲਣ ਜਾਣਾ, ਉਹ ਕਾਰਜ ਨੂੰ ਰਾਸ ਕਰਨ ਵਾਸਤੇ 13ਵੀਂ ਪੌੜੀ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਇਸ ਪੌੜੀ ਦਾ ਜਾਪ ਕਰ। ਤੇ ਇਸੇ ਪ੍ਰਕਾਰ ਫਿਰ ਅੱਗੇ ਦੱਸਿਆ ਕਿ ਜੇਕਰ ਤੇਰੇ ਤੇ ਕੋਈ ਜੰਤਰ, ਕੋਈ ਧਾਗਾ ਤਵੀਤ ਆਦਿ ਕਰਕੇ ਕੋਈ ਤੇਰਾ ਨੁਕਸਾਨ ਕਰਨਾ ਚਾਹੁੰਦਾ ਹੈ, ਤੇ ਉਸ ਵੇਲੇ ਕਹਿੰਦੇ 14ਵੀਂ ਪੌੜੀ ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਾਵਨ ਕੀ ਸੁਧ, ਇਸ ਪੌੜੀ ਦਾ ਜਾਪ ਕਰ। ਕੋਈ ਤੇਰੇ ਤੇ ਮਾੜਾ ਅਸਰ ਕਿਸੇ ਦੇ ਕੀਤੇ ਕਿਰਾਏ ਦਾ ਨਹੀਂ ਹੋਵੇਗਾ। ਤੇ ਪੰਚਦਸ਼ੀ ਜਿਹੜੀ ਹੈਗੀ ਆ 15ਵੀਂ, ਜੇ ਕੋਈ ਭੂਤ ਪ੍ਰੇਤ ਦੀ ਛਾਇਆ ਤੈਨੂੰ ਤੰਗ ਕਰਦਾ ਹੈ ਤਾਂ 15ਵੀਂ ਪੌੜੀ ਦਾ ਜਾਪ ਕਰ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਇਸ ਪੌੜੀ ਦਾ ਜਾਪ ਸਤਿਗੁਰੂ ਨੇ ਦੱਸਿਆ ਵਿਧੀ ਪੂਰਵਕ। ਇਸੇ ਪ੍ਰਕਾਰ 16ਵੀਂ ਪੌੜੀ ਜੋ ਹੈ ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਇਸ ਪੌੜੀ ਦਾ ਜਾਪ ਕਦੋਂ ਕਰਨਾ ਹੈ? ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਡਾਇਣ ਇਤਿਆਦਿਕ ਤੈਨੂੰ ਤੰਗ ਕਰੇ, ਕੋਈ ਨਜ਼ਰ ਵਗੈਰਾ ਲੱਗ ਜਾਏ, ਤਾਂ ਇਸ ਪੌੜੀ ਦਾ ਜਾਪ ਕਰ। ਇਸੇ ਤਰ੍ਹਾਂ 17ਵੀਂ ਪੌੜੀ ਜਦੋਂ ਤੂੰ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਆਪਣੇ ਵੱਲ, ਤੇ ਲੋਕਾਂ ਦਾ ਪ੍ਰੇਮ ਪਾਉਣ ਦੇ ਲਈ, ਲੋਕਾਂ ਦੇ ਵਿੱਚ ਆਕਰਸ਼ਣ ਬਣਾਉਣ ਦੇ ਲਈ, ਕਹਿੰਦੇ ਇਹ 17ਵੀਂ ਪੌੜੀ ਜੋ ਪੰਜ ਪ੍ਰਵਾਨ, ਪੰਜ ਪ੍ਰਧਾਨ ਵਾਲੀ ਹੈ, ਇਸ ਦਾ ਵਿਧੀ ਪੂਰਵਕ ਜਾਪ ਕਰੀ। ਇਸੇ ਤਰ੍ਹਾਂ ਜੋ 18ਵੀਂ ਪੌੜੀ ਅਸੰਖ ਜਪ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਓ, ਇਸ ਪੌੜੀ ਦਾ ਜਾਪ ਕਰ। ਇਸ ਦੇ ਨਾਲ ਕੀ ਹੋਵੇਗਾ ਕਿ ਜਿਹੜੀ ਤੂੰ 18 ਪ੍ਰਕਾਰ ਦੀ ਵਿੱਦਿਆ ਦੀ ਪ੍ਰਾਪਤੀ ਕਰਨੀ ਚਾਹੁੰਦਾ ਨਾ, ਵਿੱਦਿਆ ਦੀ ਪ੍ਰਾਰੰਭਤਾ ਕਰਨ ਵੇਲੇ ਇਹ ਪੌੜੀ ਦਾ ਜਾਪ ਵਿਧੀ ਪੂਰਵਕ ਕਰ, ਤੇ ਤੈਨੂੰ ਹਰ ਪ੍ਰਕਾਰ ਦੀ ਵਿੱਦਿਆ ਭਲੀ ਪ੍ਰਕਾਰ ਕਰਕੇ ਸਫੁਰਨ ਹੋ ਜਾਵੇਗੀ। ਤੂੰ ਨਿਰਮਲ ਬੁੱਧੀ ਵਾਲਾ ਬਣ ਜਾਏਗਾ, ਵਿੱਦਿਆ ਵਿੱਚ ਵਾਧਾ ਹੋਵੇਗਾ ਤੇ ਸੁਚੇਤ ਬਣ ਜਾਏਗਾ। ਇਸ਼ਾਰੇ ਦੇ ਨਾਲ ਹੀ ਹਰ ਪ੍ਰਕਾਰ ਦੀ ਵਿੱਦਿਆ ਨੂੰ, ਹਰ ਪ੍ਰਕਾਰ ਦੇ ਗਿਆਨ ਨੂੰ ਸਮਝਣ ਵਾਲਾ ਹੋ ਜਾਏਗਾ। ਤੇ ਇਸੇ ਪ੍ਰਕਾਰ
6 ਮਹੀਨਿਆਂ ਦੇ ਵਿੱਚ ਕਹਿੰਦੇ ਤੇਰੀ ਵਿੱਦਿਆ ਦੇ ਵਿੱਚ ਬਹੁਤ ਵਾਧਾ ਹੋਏਗਾ। ਫਿਰ ਜਿਹੜੀ 19ਵੀਂ ਪੌੜੀ ਹੈ ਸੁੰਨੀ ਯੋਗ, ਜੋ ਸੁੰਨ ਅਵਸਥਾ ਵਾਲਾ ਅਫੁਰ ਅਵਸਥਾ ਵਾਲਾ ਪਾਰ ਬ੍ਰਹਮ